ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾ ਆਨੰਦ ਨ ਨੀਤ। ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ। ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕਿਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕਉ ਬਰਤਨ ਬਿਰਲਾ ਪਾਵੈ ਕੋਈ। ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕਉ ਬਰਤਨ ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਜਾ ਕੀ ਸਰਣ ਪਿਆ ਸੁਖ ਪਾਈਐ ਬਾਹੁੜ ਦੁਖ ਨਾ ਹੋਈ। ਰਹਾਉ ਵਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ। ਵਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਸਾਹਿਬੇ ਕਮਾਲ ਮਨੁੱਖਤਾ ਦੇ ਰਹਿਬਰ ਅੰਮ੍ਰਿਤ ਕੇ ਦਾਤੇ ਪੁੱਤਰਾਂ ਦੇ ਦਾਨੀ ਮਰਦ ਅਗੰਮੜੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੇ ਸਬੰਧ ਅੰਦਰ ਚੱਲ ਰਹੇ ਸੰਧਿਆ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ, ਧੰਨ ਗੁਰਦੇਵ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ। ਆਪ ਸਿੱਖ ਸੰਗਤਾਂ ਦੇ ਸਹਿਯੋਗ ਦਾ ਸਦਕਾ, ਸਮੁੱਚੇ ਪ੍ਰਬੰਧਕ ਸੇਵਾਦਾਰਾਂ ਦੇ ਉਦਮ ਦਾ ਸਦਕਾ ਅੱਜ ਗੁਰਦੇਵ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਪੁਰਬ ਤੇ ਆਪਾਂ ਜੁੜ ਬੈਠੇ ਹਾਂ। ਪਰਸੋਂ ਦੇ ਰੋਜ਼ ਤੋਂ ਗੁਰਮੁਖ ਪਰਿਵਾਰ ਸਰਦਾਰ ਗੁਰਦੇਵ ਸਿੰਘ ਜੀ ਔਰ ਉਹਨਾਂ ਦਾ ਸਾਰਾ ਹੀ ਪਰਿਵਾਰ, ਜਿਨ੍ਹਾਂ ਨੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀਆਂ ਅਨੰਨ ਖੁਸ਼ੀਆਂ ਲੈਂਦਿਆਂ ਹੋਇਆਂ ਧੰਨ ਗੁਰਦੇਵ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਦਾ ਸਦਕਾ ਸੰਪੂਰਨਤਾਈ ਭੋਗ ਪਏ। ਗੁਰਦੇਵ ਦੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਤੋਂ ਉਪਰੰਤ ਸਤਿਗੁਰੂ ਨੇ ਰਹਿਮਤਾਂ ਦੇ ਘਰ ਦੇ ਵਿੱਚ ਆ ਕਰਕੇ ਜੋ ਸ੍ਰੀ ਮੁਖਵਾਕ ਪਰਿਵਾਰ ਦੀ ਔਰ ਸਾਡੀ ਸਾਰੀ ਸੰਗਤ ਦੀ ਝੋਲੀ ਦੇ ਵਿੱਚ ਪਾਇਆ ਹੈ, ਉਹਨਾਂ ਪਾਵਨ ਬੋਲਾਂ ਦੀ ਵਿਚਾਰ ਸਤਿਗੁਰੂ ਦੀ ਕਿਰਪਾ ਦਾ ਸਦਕਾ ਆਪਾਂ ਸਾਰੇ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਕਰ ਸਕੀਏ। ਨਾਲ ਦੀ ਨਾਲ ਧੰਨ ਗੁਰਦੇਵ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜ਼ਿੰਦਗੀ ਨਾਮੇ ਨੂੰ ਵੀ ਪ੍ਰਣਾਮ ਕਰਾਂਗੇ। ਆਓ ਇੱਕ ਵਾਰੀ ਮਨ ਬਿਰਤੀਆਂ ਦੀ ਇਕਾਗਰਤਾ ਬਣਾਉਂਦੇ ਹੋਏ ਸਾਰੇ ਮਾਈ ਭਾਈ ਧੰਨ ਗੁਰਦੇਵ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਆਪਣਾ ਮੁਬਾਰਕ ਮਸਤਕ ਝੁਕਾ ਕਰਕੇ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅੱਜ ਕਿਰਪਾ ਦੇ ਘਰ ਦੇ ਵਿੱਚ ਆ ਕਰਕੇ ਰਹਿਮਤ ਕਰਦਿਆਂ ਹੋਇਆਂ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅੰਗ 617 ਤੇ 18 ਤੇ ਸੁਭਾਏਮਾਨ ਹੈ। ਬੜੇ ਹੀ ਕਿਰਪਾਮਈ ਬੋਲ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸੋਰਠ ਰਾਗ ਦੇ ਵਿੱਚ ਗੁਰਦੇਵ ਨੇ ਕਿਰਪਾ ਕੀਤੀ ਹੈ। ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਕਹਿਣੀ ਤੇ ਕਥਨੀ ਦੇ ਮਹਾਨ ਸੂਰਮੇ ਸਤਿਗੁਰੂ ਗੁਰਦੇਵ ਪਾਤਸ਼ਾਹ ਕਿਰਪਾ ਕਰਦੇ ਨੇ। ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਉਹ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਅਬਿਨਾਸੀ, ਜਿਹੜਾ ਸਦੀਵੀ ਕਾਲ ਹੈ, ਜਿਨੇ ਕਦੇ ਵੀ ਨਾਸ ਨਹੀਂ ਹੋਣਾ। ਇਸ ਸੰਸਾਰ ਤੇ ਕੇਵਲ ਉਹ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਹੈ, ਜਿਹੜਾ ਸਦੀਵੀ ਹੈ। ਬਾਕੀ ਸੰਸਾਰ ਦੀ ਹਰ ਵਸਤੂ ਚਲਾਇਮਾਨ ਹੈ, ਨਾਸਮਾਨ ਹੈ। ਉਸ ਪਰਿਪੂਰਨ ਪਰਮਾਤਮਾ ਦੇ ਪ੍ਰਥਾਏ ਆਪਾਂ ਸਾਰੇ ਹੀ
नेता प्रति जदों धन गुरु नानक पातशाह जी की पावन बाणी उन्हां पावन बोलां दे नाल जुड़दे हाँ ते गुरदेव पातशाह महाराज जी दे वो पावन बचन परिपूर्ण परमात्मा दे परथाए जो गुरदेव ने कृपा कीती है। आद सच जुगाद सच है भी सच नानक होसी भी सच। वो जदों कुछ भी नहीं सी अरबद नरबद धुंधू कारा जदों कुछ संसार ते नहीं सी परमात्मा उदों भी सी। आदि काल दे विच भी वो जुगां जुगां तो ओदी होंद बरकरार है। वो उदों भी सच सी अज भी सच है आउण वाले समय दे विच भी सच है ते उन्हें सदीवी काल ते सच रहना है। इत्थे गुरदेव पातशाह उस परिपूर्ण परमात्मा अकाल पुरख वाहिगुरु की महिमा का बख्यान करदिया कहंदे ने अविनाशी जेड़ा कदे भी ना नाश होने वाला जीवन को दाता। इस संसार के अंदर जितने भी मनुख है जो भी जीव जो भी प्राणी है सारे मंगते ने केवल ते केवल सारियां नूं दाता देण वाला वो अकाल पुरख वाहिगुरु आप है। वो सारियां नूं दाता दिंदा है सारियां ते कृपा करदा है। और ओदी वडियाई गुरदेव पातशाह महाराज जी कहंदे ने जिहदे अंदर इन्नी क्वालिटी है जेड़ा इन्ना गुणवान है जेड़ा इन्नी वडियाई दा मालिक है सदीवी काल दे वास्ते वो इस संसार दा मालिक है। सदीवी काल वास्ते उन्हें रहना है कदे उहदा नाश नहीं होना ते सारियां दा वो दाता है सारियां नूं दाता दिंदा है। तो फिर ओदी एक होर बड़ी महिमा बई वडियाई है कि वो जदों भी किसी नूं दिंदा है देण तो बाद किसी ते एहसान नहीं जताउंदा और देण लग्गिया वो किसी दे गुण ते औगण नहीं वेखदा। जिन्ना महान सतगुरां दा आपां अज प्रकाश दिहाड़ा मना रहे हैं ना धन गुरु गोबिंद सिंह पातशाह महाराज जी वो आप कृपा करके रहमत करके उस दाते दी परथाए बड़े सुंदर बोल अपनी मुबारक रसना चो कृपा करते ने। दीनन की प्रतिपाल करे नित संत उवार गनी मुनगारै पछ पशु नग नाग नरा तप सर्व समय सबको प्रतिपारै पोकत है जल में थल में पल में कल के नहीं कर्म विचारै दीन दयाल दया निध दोखन देखत है पर देत ना हारै। साडे औगणा नूं वेंदा है साडे कुकर्मां नूं वेंदा है साडे हालात चंगी तरह वो जानदा है। आपां बंदे को छुपा सकते हैं बंदे कोलों लुका लवांगे परिवार के कोलों लुका लवांगे अपने औगण पर परिपूर्ण परमात्मा के कोलों लुकाया नहीं जा सकता। ते संसार का कोई भी मनुख है ना वो जदों साडी कोई हैल्प करता है जो उहदे सामने साडा औगण आ जाए तो साडी सहायता नहीं करता। वो ये गल कह दिंदा भी भाई ये विच आ औगण ने ये नहीं ये लायक दा ये सहायता असीं करनी नहीं। पर परमात्मा की वडियाई ये है कि वो उन्हां औगणां नूं भी जानदा है जिहड़ा संसार 'च जग जाहिर नहीं है जिहड़ी साडी सोच दे विच ने। उन्हां औगणां नूं जाणदियां होया दोखन देखत है पर देत ना हारै। उन्हां औगणां नूं जाणदियां होया भी कदे देण लग्गिया उन्हें संकोच नहीं कीता कदे उन्हें वितकरा नहीं किया भी ये पदार्थ इनू नहीं दिते जाणगे ये वस्तु इनू नहीं दिती जाएगी ये अंदर औगण हैं। वो दाता है ओदा एको ही एक केवल धर्म है कि उन्हें सानू दातां देणियां ने। इस वास्ते उहदे नालों वड्डा दाता होर संसार ते कोई नहीं है। बंदा किसी की हैल्प करे तो वह 20 वारी एहसान जताउंदा है कि मैं तेरी सहायता की है पर वो परिपूर्ण परमात्मा कदे भी ऐसा नहीं करता। गुरदेव सतगुरु कहंदे ओ दाता जेड़ा कदे नाश नहीं होना अविनाशी है और वो सारियां जियां दा दाता है। इहो जे दाते नूं सतगुरु पातशाह कहंदे सिमरत सब मल खोई। जदों ऐसे दीन दयाल परिपूर्ण परमात्मा उस दाते दा सिमरन करेगा ना मनुख ते सिमरत सब मल खोई। मल तो भाव है मैल। बाहर दी मैल तां असीं धो लैने आ इशनान कर लिया कोई वधिया वधिया शैंपू इस्तेमाल करता है कोई बॉडी लोशन इस्तेमाल करता है कोई साबण दे नाल तरह तरह के तरीके दे नाल बाहर दी मैल धोती जाती है।
ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬੋਲ ਨੇ, ਬਾਹਰ ਧੋਤੀ ਤੁੰਬੜੀ ਅੰਦਰ ਵਿਸ ਨਕੋਰ। ਬਾਹਰੋਂ ਤਾਂ ਧੋ ਲਿਆ, ਪਰ ਜਿਹੜੇ ਹਿਰਦੇ ਦੇ ਅੰਦਰ ਦੇ ਵਿਕਾਰ ਨੇ ਨਾ, ਅੰਦਰ ਦੀ ਜਿਹੜੀ ਮੈਲ ਹੈ, ਹੁਣ ਅੰਦਰ ਦੀ ਮੈਲ ਕਿਵੇਂ ਲੱਗਦੀ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ। ਕਈ ਜਨਮਾਂ ਤੋਂ ਇਹ ਮਲ ਲੱਗ ਕੇ ਆਈ ਹੈ, ਕਈ ਜਨਮਾਂ ਦੇ ਕਰਮਾਂ ਦੀ ਜਿਹੜੀ ਮੈਲ ਹੈ ਇਸ ਮਨ ਤੇ ਲੱਗੀ ਹੈ। ਔਰ ਹਾਲ ਇਸ ਮਨ ਦਾ ਇਹ ਹੋ ਗਿਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵਈ। ਇੰਨਾ ਇਹ ਮਨ ਮੈਲਾ ਹੋ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਤੇਲੀ ਜਿਹੜਾ ਤੇਲ ਕੱਢਦਾ ਹੈ, ਉਹਦੇ ਕੋਲ ਇੱਕ ਕੱਪੜਾ ਹੁੰਦਾ ਕੋਲੂ ਨੂੰ ਸਾਫ਼ ਕਰਨ ਵਾਲਾ, ਉਹ ਕੋਲੂ ਨੂੰ ਸਾਫ਼ ਕਰਦਾ ਉਹਦੇ ਨਾਲ, ਔਰ ਉਹਨੂੰ ਕੋਲੂ ਨੂੰ ਸਾਫ਼ ਕਰ ਕਰਕੇ ਉਹ ਕੱਪੜਾ ਇੰਨਾ ਗੰਦਾ, ਇੰਨਾ ਮੈਲਾ ਤੇ ਕੁਚੈਲਾ ਹੋ ਜਾਂਦਾ ਹੈ, ਉਹਨੂੰ ਖਨਲੀ ਕਿਹਾ ਹੈ। ਉਹ ਇੰਨਾ ਮੈਲਾ ਤੇ ਕੁਚੈਲਾ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ, ਖਨਲੀ ਧੋਤੀ ਉਜਲੀ ਨਾ ਹੋਵਈ। ਜੇ 100 ਧੋਵਣ ਪਾਵੇ, ਉਹਨੂੰ 100 ਵਾਰੀ ਵਧੀਆ ਵਧੀਆ ਵਾਸ਼ਿੰਗ ਡਿਟਰਜੈਂਟ ਦੇ ਨਾਲ ਤੁਸੀਂ ਧੋ ਲਿਓ, ਪੂਰੀ ਮਿਹਨਤ ਦੇ ਨਾਲ, ਪਰ ਉਹਨੂੰ ਜਿਹੜੀ ਸਾਡੇ ਆਮ ਬੋਲੀ ਤੰਦੀ ਮੈਲ ਪੈ ਜਾਂਦੀ ਹੈ। ਇਸ ਤਰੀਕੇ ਦੇ ਨਾਲ ਜਿਵੇਂ ਉਹ ਖਨਲੀ ਕੱਪੜਾ ਉਜਲਾ ਨਹੀਂ ਹੋ ਸਕਦਾ, ਆਪਣੇ ਉਸ ਪੁਰਾਣੇ ਨਵੇਂ ਰੂਪ ਦੇ ਵਿੱਚ ਨਹੀਂ ਆ ਸਕਦਾ, ਇਸੇ ਤਰੀਕੇ ਦੇ ਨਾਲ ਸਤਿਗੁਰੂ ਕਹਿੰਦੇ ਵੀ ਕਈਆਂ ਜਨਮਾਂ ਤੋਂ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਗਰ ਬਿਰਖ ਚੋਇਓ। ਸਤਿਗੁਰੂ ਕਹਿੰਦੇ ਵੀ ਹੁਣ ਮੌਕਾ ਹੈ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਬੜੇ ਲੰਮੇ ਸਮੇਂ ਬਾਅਦ ਇਹ ਤੈਨੂੰ ਮਨੁੱਖਾ ਜੀਵਨ ਮਿਲਿਆ ਹੈ, ਕਈਆਂ ਜਨਮਾਂ ਚੋਂ ਨਿਕਲ ਕੇ ਆਇਆ ਹੈ, ਤੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਦਾ ਦਾਤਾ ਹੈ ਤੇ ਕਦੇ ਨਾ ਨਾਸ ਹੋਣ ਵਾਲਾ ਹੈ, ਉਹਦਾ ਸਿਮਰਨ ਕਰਕੇ ਇਸ ਮਨ ਨੂੰ ਜਿਹੜੀ ਲੱਗੀ ਹੋਈ ਮੈਲ ਹੈ ਉਹ ਸਾਰੀ ਦੀ ਸਾਰੀ ਲੱਥ ਜਾਂਦੀ ਹੈ। ਗੁਣ ਨਿਧਾਨ ਭਗਤਨ ਕਉ ਬਰਤਨ, ਬਿਰਲਾ ਪਾਵੈ ਕੋਈ। ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ ਤੇ ਭਗਤਾਂ ਦਾ ਸਰਮਾਇਆ। ਇਹ ਗੁਣਾਂ ਦਾ ਖਜ਼ਾਨਾ ਹੈ ਅਕਾਲ ਪੁਰਖ ਵਾਹਿਗੁਰੂ। ਉਸ ਪਰਿਪੂਰਨ ਪਰਮਾਤਮਾ ਦੇ ਕੋਲ ਗੁਣ ਹੀ ਗੁਣ ਹੈ। ਇਹ ਤਾਂ ਅਸੀਂ ਹਾਂ ਕਲਯੁਗੀ ਜੀਵ, ਜਿਨ੍ਹਾਂ ਦੇ ਅੰਦਰ ਔਗੁਣ ਭਰੇ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਕਾਹੀ। ਅੰਮ੍ਰਿਤ ਵਰਗੇ ਸ਼ੁਭ ਕਰਮ ਜਿਹੜੇ ਉਹਨੂੰ ਛੱਡ ਕਰਕੇ ਤੇ ਜ਼ਹਿਰ ਦੇ ਜਿਹੜੇ ਕੁਕਰਮ ਹੈ ਅਸੀਂ ਉਹਨਾਂ ਨੂੰ ਚੱਟਦੇ ਹਾਂ। ਇਹ ਸਾਡੇ ਹਾਲ ਨੇ। ਪਰ ਉਹ ਗੁਣਾਂ ਦਾ ਇੱਕ ਵੱਡਾ ਖਜ਼ਾਨਾ ਹੈ ਤੇ ਰੱਬ ਦੇ ਪਿਆਰੇ ਜਿਹੜੇ ਨੇ, ਜਿਹੜੇ ਭਗਤ ਜਨ ਹਨ, ਉਹਨਾਂ ਦਾ ਉਹ ਅਕਾਲ ਪੁਰਖ ਸਹਾਰਾ ਹੈ। ਤੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਬੜੀ ਕਿਸੇ ਤੇ ਵਿਰਲੇ ਵਿਰਲੇ ਤੇ ਕਿਰਪਾ ਹੋਵੇ ਤੇ ਉਹਨੂੰ ਉਹਦੀ ਪ੍ਰਾਪਤੀ ਹੁੰਦੀ ਹੈ। ਬਹੁਤੀ ਭੀੜ ਨਹੀਂ ਹੁੰਦੀ ਰੱਬ ਦੇ ਪਿਆਰਿਆਂ ਦੀ। ਗੁਰਬਾਣੀ ਦੇ ਵਿੱਚ ਪਾਵਨ ਬੋਲ ਆਉਂਦੇ ਨੇ, ਹੈਣ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਬਹੁਤ ਘੱਟ ਰੱਬ ਦੇ ਪਿਆਰੇ, ਰੱਬ ਦੀਆਂ ਰੂਹਾਂ ਮਿਲਦੀਆਂ ਨੇ ਜਿਹੜੇ ਉਸ ਪਰਿਪੂਰਨ ਪਰਮਾਤਮਾ ਨੂੰ ਪਿਆਰ ਕਰਦੇ ਨੇ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰ ਕਰਦੇ ਨੇ। ਗੁਰਮੁਖੋ, ਜਿਹੜਾ ਉਹਨੂੰ ਪਿਆਰ ਕਰਦਾ ਹੈ ਨਾ, ਉਹ ਪਰਮਾਤਮਾ ਦੀ, ਸੱਚੇ ਸਤਿਗੁਰੂ ਦੀ ਇਹ ਵਡਿਆਈ ਹੈ। ਉਹ ਆਪਣੇ ਪੁੱਤਰਾਂ ਦੇ ਨਾਲੋਂ ਵੱਧ ਕੇ ਪਿਆਰ ਕਰਦੇ। ਜਿਸ ਮਹਾਬਲੀ ਪੈਗੰਬਰ ਸਤਿਗੁਰੂ ਦਾ ਆਪਾਂ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਕੁਦਰਤੀ ਤੌਰ ਤੇ ਸਵੇਰੇ ਇਹ ਪੰਕਤੀ ਪੜ੍ਹਦਿਆਂ ਮੇਰਾ ਦਿਮਾਗ ਇੱਥੇ ਟਿਕ ਗਿਆ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿੰਨੇ ਜਿੰਨੇ ਪ੍ਰੇਮ ਕੀਤਾ ਹੈ ਪਰਮਾਤਮਾ ਦੇ ਨਾਲ, ਜਿੰਨੇ ਜਿੰਨੇ ਆਪਣੇ ਸਤਿਗੁਰੂ ਦੇ ਨਾਲ ਪਿਆਰ ਪਾਇਆ ਹੈ ਨਾ, ਜਿੰਨੇ ਦਿਲੋਂ ਪਿਆਰ ਕੀਤਾ ਹੈ, ਉਹਨੇ ਉਸ ਸੱਚੇ ਸਤਿਗੁਰੂ ਦੀ ਪ੍ਰਾਪਤੀ ਕੀਤੀ ਹੈ। ਪਿਆਰ ਤੋਂ ਬਗੈਰ ਪ੍ਰਾਪਤੀ ਨਹੀਂ ਹੋਈ। ਜਿਨ ਪ੍ਰੇਮ ਕੀਓ ਤਿਨ ਹੀ ਸ਼ਬਦ ਜਿਹੜਾ ਹੈ ਇਹ ਹੈ ਓਨਲੀ, ਕੇਵਲ ਉਹਨਾਂ ਨੇ। ਕਿੰਨਾ ਨੇ? ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਪਿਆਰ ਕੀਤਾ। ਸਤਿਕਾਰਯੋਗ ਸਾਧ ਸੰਗਤ, ਪਿਆਰ ਦੀ ਕਹਾਣੀ, ਪਿਆਰ ਦੀ ਦਾਸਤਾਨ ਜਿਹੜੀ ਹੈ, ਮੈਂ ਕੇਵਲ ਟੂਕ ਮਾਤਰ ਸਾਹਿਬਾਂ ਦੇ ਬਚਪਨ ਦੀ ਬਾਤ ਆਪ ਜੀ ਦੇ ਨਾਲ ਸਾਂਝੀ ਕਰਾਂਗਾ। ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਕੁਦਰਤੀ ਤੌਰ ਤੇ ਕਈ ਵਾਰੀ ਸਾਡੇ ਦਿਮਾਗ ਦੇ ਵਿੱਚ ਇਹ ਗੱਲਾਂ ਆਉਂਦੀਆਂ ਨੇ, ਕਿਉਂਕਿ ਜਦੋਂ ਅਸੀਂ ਪਿਆਰ ਤੋਂ ਵਾਂਝੇ ਹੋ ਜਾਂਦੇ ਹਾਂ ਨਾ,
ਜਦੋਂ ਸਾਡੇ ਅੰਦਰ ਨਫ਼ਰਤ ਪੈਦਾ ਹੋ ਜਾਂਦੀ ਹੈ, ਉਹ ਨਫ਼ਰਤ ਫਿਰ ਇੱਥੋਂ ਤੱਕ ਲੈ ਜਾਂਦੀ ਵੀ ਅਸੀਂ ਵਰਣ ਵੰਡ ਦੇ ਵਿੱਚ ਜਾ ਕਰਕੇ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ ਹਾਂ, ਅਸੀਂ ਜਾਤ ਬਰਾਦਰੀ ਦੇ ਵਿੱਚ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ ਹਾਂ, ਅਸੀਂ ਸੋਹਣੇ ਤੇ ਕੁਚੱਜੇ ਦੇ ਵਿੱਚ ਜਾ ਕੇ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ ਹਾਂ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ 23 ਪੋਹ 1723 ਬਿਕਰਮੀ ਗੰਗਾ ਦੇ ਕਿਨਾਰੇ ਤੇ ਵਸਿਆ ਹੋਇਆ ਪਾਟਲੀ ਪੁੱਤਰ, ਉਸ ਸ਼ਹਿਰ ਦਾ ਵੀ ਨਾਂ ਹੈ ਤੇ ਪਟਨਾ ਜ਼ਿਆਦਾ ਮਸ਼ਹੂਰ ਹੈ। ਪਟਨੇ ਸ਼ਹਿਰ ਦੇ ਅੰਦਰ ਸਾਲਸਰਾਏ ਜੌਹਰੀ, ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪ ਚਰਨ ਪਾ ਕੇ ਉਹ ਪਵਿੱਤਰ ਉਪਦੇਸ਼ ਦੇ ਕੇ ਉਸ ਘਰ ਨੂੰ ਧਰਮਸ਼ਾਲ ਬਣਾਇਆ ਸੀ, ਉੱਥੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਜਦੋਂ ਮੈਂ ਪੜ੍ਹਦਾ ਹਾਂ ਕਿ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਦੀ ਸ਼ਾਦੀ ਹੋਈ ਨੂੰ ਲਗਭਗ 31-32 ਸਾਲ ਹੋ ਚੁੱਕੇ ਨੇ। ਇੰਨਾ ਲੰਬਾ ਸਮਾਂ ਐਵੇਂ ਨਹੀਂ, ਪਰਿਪੂਰਨ ਪਰਮਾਤਮਾ ਦੀ ਮਹਾਨ ਅਸੀਮ ਸ਼ਕਤੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ। ਉਸ ਮਹਾਨ ਸ਼ਕਤੀ ਨੂੰ ਆਪਣੇ ਪਵਿੱਤਰ ਕੁੱਖ ਦੇ ਵਿੱਚੋਂ ਜਨਮ ਦੇਣ ਵਾਲੀ ਉਹ ਮਾਂ ਸਤਿਕਾਰਯੋਗ ਮਾਤਾ ਗੁਜਰ ਕੌਰ, ਮੈਂ ਪਿਛਲੇ ਦਿਨਾਂ 'ਚ ਵੀ ਬੇਨਤੀ ਕੀਤੀ ਸੀ, ਜਿਸ ਮਾਂ ਨੇ ਸਤਿਗੁਰੂ ਜੀ ਦੇ ਪਾਵਨ ਬੋਲ ਨੇ, ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਵਿਦ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਪਰਮਾਤਮਾ ਦੇ ਪੁੱਤਰ ਉਸ ਮਹਾਨ ਅਸੀਮ ਸ਼ਕਤੀ ਸਨਮਾਨ ਸਤਿਕਾਰਯੋਗ ਭਾਈ ਵੀਰ ਸਿੰਘ ਜੀ, ਉਸ ਮਹਾਨ ਤਪਸਵੀ, ਉਸ ਮਹਾਨ ਅਸੀਮ ਸ਼ਕਤੀ ਦਾ ਇਸ ਸੰਸਾਰ ਤੇ ਆਗਮਨ ਹੋਣਾ ਹੈ, ਤੇ ਉਹਦੇ ਵਾਸਤੇ ਕੁੱਖ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਉਸ ਪਰਿਪੂਰਨ ਪਰਮਾਤਮਾ ਦੀ ਵਡਿਆਈ ਵੇਖੋ ਕਿ ਸਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਵਰਗੇ ਮਾਤਾ ਤੇ ਪਿਤਾ ਮਿਲੇ। ਤੇ ਜਦੋਂ ਇਤਿਹਾਸ ਚੋਂ ਪੜਾਂਗੇ ਨਾ, ਤੇ ਇੱਕ ਗੱਲ ਸਮਝ ਦੇ ਵਿੱਚ ਆਉਂਦੀ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਸਾਹਿਬ ਪਹੁੰਚਦੇ ਨੇ, ਸਮਾਂ ਨਜ਼ਦੀਕ ਹੈ, ਸਮੇਂ ਦੀ ਨਜਾਕਤ ਨੂੰ ਪਹਿਚਾਣ ਕੇ ਸਤਿਗੁਰੂ ਨੇ ਆਪ ਆਪਣੇ ਪਰਿਵਾਰ ਨੂੰ ਪਟਨੇ ਠਹਿਰਨ ਵਾਸਤੇ ਹੁਕਮ ਕਰ ਦਿੱਤਾ, ਔਰ ਆਪ ਸਤਿਗੁਰੂ ਅਸਾਮ ਚਲੇ ਗਏ ਦੋ ਰਾਜਿਆਂ ਦੀ ਸੁਲ੍ਹਾ ਕਰਾਉਣ ਵਾਸਤੇ। ਸਤਿਕਾਰਯੋਗ ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀਆਂ ਕਿਹੜੀਆਂ ਬਾਤਾਂ ਕਰੀਏ, ਭਾਰਤ ਵਰਸ਼ ਤਾਂ ਜਿੰਨਾ ਵੀ ਹੋ ਸਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਣ ਨਹੀਂ ਲਾ ਸਕਦੇ। ਤੁਸੀਂ ਸੋਚੋ ਕਿ ਇੰਨਾ ਲੰਬਾ ਸਮਾਂ 31-32 ਸਾਲ ਜਿਸ ਸੁਭਾਗ ਜੋੜੀ ਦੇ ਆਨੰਦ ਕਾਰਜ ਨੂੰ ਹੋ ਗਏ ਹੁਣ, ਔਰ ਉਹਨਾਂ ਦੇ ਘਰ ਦੇ ਵਿੱਚ ਸੰਤਾਨ ਪੈਦਾ ਹੋਣ ਵਾਲੀ ਹੈ, ਸਮਾਂ ਨਜ਼ਦੀਕ ਹੈ, ਤੇ ਉਹ ਪਰਿਵਾਰ ਦਾ ਮੁਖੀਆ ਮੇਨ ਮੈਂਬਰ ਆਪ ਆਪਣੇ ਘਰ ਦੇ ਵਿੱਚੋਂ ਪਰਿਵਾਰ ਨੂੰ ਛੱਡ ਕਰਕੇ ਦੇਸ਼ ਕੌਮ ਤੇ ਮਾਨਵਤਾ ਦੇ ਭਲੇ ਵਾਸਤੇ ਤੁਰ ਪਏ ਨੇ। ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ 23 ਪੋਹ 1723 ਬਿਕਰਮੀ ਨੂੰ। ਤੇ ਸਤਿਕਾਰਯੋਗ ਸਾਧ ਸੰਗਤ, ਆਪਾਂ ਗੱਲ ਕਰ ਰਹੇ ਸਾਂ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਟਨੇ ਸ਼ਹਿਰ ਦੇ ਵਿੱਚ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਔਰ ਪਟਨੇ ਸ਼ਹਿਰ ਤੋਂ ਲਗਭਗ 800 ਕੋਹ ਦੂਰ ਪੰਜਾਬ ਦੀ ਧਰਤੀ ਦੇ ਠਸਕੇ ਪਿੰਡ ਦੇ ਅੰਦਰ ਉਹ ਰੱਬ ਦੀ ਪਿਆਰੀ ਰੂਹ ਜਿਨ ਪ੍ਰੇਮ ਕੀਓ, ਜਿਹੜੀ ਕੇਵਲ ਤੇ ਕੇਵਲ ਖੁਦਾ ਨੂੰ ਮੰਨਦੀ ਹੈ, 5 ਵਕਤ ਦਾ ਨਮਾਜ਼ੀ ਹੈ, ਸ਼ਾਹੀ ਭੀਖਣ ਸ਼ਾਹ, 5 ਵਕਤ ਦਾ ਨਮਾਜ਼ੀ, ਇਸਲਾਮ ਦਾ ਧਾਰਨੀ। ਸਤਿਕਾਰਯੋਗ ਸਾਧ ਸੰਗਤ, ਮੈਂ ਬੇਨਤੀ ਕੀਤੀ ਹੈ ਵੀ ਜਦੋਂ ਪਿਆਰ ਦੀ ਭਾਸ਼ਾ ਸ਼ੁਰੂ ਹੋ ਜਾਏ ਨਾ, ਜਦੋਂ ਹਿਰਦੇ ਦੇ ਵਿੱਚ ਪਿਆਰ ਆ ਵਸੇ, ਉਦੋਂ ਇਹ ਜਾਤ ਬਰਾਦਰੀਆਂ ਤੇ ਵਰਣ ਵੰਡ ਤੋਂ ਮਨੁੱਖ ਉੱਚਾ ਉੱਠ ਜਾਂਦਾ ਹੈ। ਇਸਲਾਮ ਦਾ ਧਾਰਨੀ, ਮੁਸਲਮਾਨ ਫਕੀਰ ਹੈ, 5 ਵਕਤ ਦਾ ਨਮਾਜ਼ੀ ਹੈ, ਔਰ ਆਪਣੇ ਕੋਲ ਬਹੁਤ ਸਾਰੇ ਬੱਚਿਆਂ ਨੂੰ ਰੱਖ ਕੇ ਇਸਲਾਮ ਦੀ ਤਾਲੀਮ ਪੜਾਉਂਦਾ ਹੈ। ਅੱਜ ਅੰਮ੍ਰਿਤ ਵੇਲੇ ਦੀ ਜਦੋਂ ਉਹਨੇ ਉਜ਼ਰ ਦੀ ਨਮਾਜ਼ ਕੀਤੀ ਨਾ, ਇਸਲਾਮ ਦਾ ਇਹ ਮੰਨਣਾ ਹੈ, ਇਸਲਾਮ ਦੀ ਇਹ ਮਰਿਆਦਾ ਹੈ ਕਿ ਜਦੋਂ ਉਹ ਨਮਾਜ਼ ਪੜ੍ਹਦੇ ਨੇ, ਭਾਰਤ ਦੇ ਵਿੱਚ ਉਹ ਲਹਿੰਦੇ ਵਾਲੇ ਪਾਸੇ ਨੂੰ ਸਿਜਦਾ ਕਰਦੇ ਨੇ, ਪੱਛਮ ਵਾਲੇ ਪਾਸੇ ਨੂੰ। ਉਹ ਮੰਨਦੇ ਨੇ ਕਿ ਸਾਡਾ ਅੱਲਾਹ ਤਾਲਾ ਦਾ ਘਰ ਜਿਹੜਾ ਉਹ ਕਾਬਾ ਪਾਕ ਪਵਿੱਤਰ ਮੱਕੇ ਦੇ ਵਿੱਚ ਹੈ, ਉਧਰ ਨੂੰ ਸਿਜਦਾ ਕਰਦੇ ਨੇ। ਪਰ ਅੱਜ ਸਾਈਂ ਜੀ ਨੇ ਚੜ੍ਹਦੇ ਨੂੰ ਸਿਜਦਾ ਕਰ ਦਿੱਤਾ। ਸਾਖੀ ਤੁਸੀਂ ਬੜੀ ਵਾਰੀ ਸੁਣੀ ਹੈ। ਉਹਦੇ ਨਾਲ ਉਹਦੇ ਸ਼ਾਗਿਰਦਾਂ ਨੇ ਇਸ ਗੱਲ ਦਾ ਗਿਲਾ ਕੀਤਾ ਵੀ ਤੁਸੀਂ ਸ਼ਰਅ ਦੇ ਮਰਿਆਦਾ ਦੇ ਉਲਟ ਕੀਤਾ ਹੈ। ਉਹਨੇ ਆਖਿਆ, ਪੁੱਤਰੋ ਮੈਨੂੰ ਇਹ ਗੱਲ ਦੱਸੋ ਵੀ ਆਪਾਂ ਸਿਜਦਾ ਲਹਿੰਦੇ ਵਾਲੇ ਪਾਸੇ ਕਿਉਂ ਕਰਦੇ ਆਂ?
ਬੱਚਿਆਂ ਨੇ ਜੋ ਪੜ੍ਹਿਆ ਸੀ, ਇਸਲਾਮ ਦੀ ਜੋ ਤਾਲੀਮ ਹਾਸਿਲ ਕੀਤੀ ਸੀ, ਉਹਨਾਂ ਆਖਿਆ ਜੀ ਕਾਬੇ ਦੇ ਵਿੱਚ ਸਾਡਾ ਅੱਲਾਹ ਤਾਲਾ ਦਾ ਘਰ ਹੈ, ਅਸੀਂ ਉਹਦੇ ਘਰ ਨੂੰ ਸਜਦਾ ਕਰਦੇ ਹਾਂ। ਸਾਈਂ ਜੀ ਨੇ ਕਿਹਾ ਮੈਂ ਕੀ ਕਰਾਂ, ਉਹ ਘਰ ਪੱਛਮ ਵਾਲੇ ਪਾਸੇ ਆ, ਪਰ ਘਰ ਦਾ ਮਾਲਕ ਅੱਜ ਪੂਰਬ ਵਾਲੇ ਪਾਸੇ ਆ ਗਿਆ ਹੈ। ਹੁਣ ਦੱਸੋ ਮੈਂ ਘਰ ਨੂੰ ਸਜਦਾ ਕਰਾਂ ਕਿ ਘਰ ਦੇ ਮਾਲਕ ਨੂੰ ਸਜਦਾ ਕਰਾਂ? ਆਓ ਮੈਂ ਤੁਹਾਨੂੰ ਦੀਦਾਰ ਕਰਾਵਾਂ। ਕੁਝ ਚੇਲਿਆਂ ਨੂੰ ਨਾਲ ਲੈ ਕਰਕੇ ਆ ਗਿਆ, ਆ ਕੇ ਬੇਨਤੀ ਕੀਤੀ। ਪਟਨਾ ਸਾਹਿਬ ਲਗਭਗ 2-2.5 ਮਹੀਨੇ ਵਿਦਵਾਨ ਕਹਿੰਦੇ ਲੱਗ ਗਏ, ਕਿਉਂਕਿ ਪੈਦਲ ਸਫ਼ਰ ਸੀ। ਆ ਕਰਕੇ ਬੇਨਤੀ ਕੀਤੀ ਦਲੀਜਾਂ ਤੇ ਬੈਠ ਕਰਕੇ ਕਿ ਮੈਨੂੰ ਮੇਰੇ ਪਿਆਰੇ ਦੇ ਦੀਦਾਰ ਕਰਾਓ। ਮਾਮਾ ਕਿਰਪਾਲ ਚੰਦ ਜੀ, ਭਾਈ ਦਿਆਲ ਦਾਸ ਜੀ, ਸਤਿਕਾਰਯੋਗ ਮਾਤਾ ਨਾਨਕੀ ਜੀ, ਸਤਿਕਾਰਯੋਗ ਮਾਤਾ ਗੁਜਰ ਕੌਰ ਜੀ, ਸਾਰਾ ਪਰਿਵਾਰ ਮੌਜੂਦ ਹੈ। ਬੇਨਤੀ ਕੀਤੀ ਵੀ ਅਜੇ ਬੱਚੇ ਦੇ ਖੁੱਲੇ ਦਰਸ਼ਨ ਨਹੀਂ ਕਰਾਏ ਜਾ ਸਕਦੇ ਜਿੰਨਾ ਚਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਤੋਂ ਵਾਪਸ ਆਪ ਨਹੀਂ ਆ ਜਾਂਦੇ। ਵੇਖੋ ਪਿਆਰ ਦੀ ਗੱਲ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰਮਾਤਮਾ ਦੀ ਪ੍ਰਾਪਤੀ ਏਦਾਂ ਨਹੀਂ ਹੁੰਦੀ। ਇੱਥੇ ਗੁਰਦੇਵ ਪਾਤਸ਼ਾਹ ਜੀ ਨੇ ਬਚਨ ਕਹੇ ਸਨ, ਬਿਰਲਾ ਪਾਵੇ ਕੋਈ। ਉਹਦੀ ਪ੍ਰਾਪਤੀ ਪਿਆਰ ਦੇ ਵਿੱਚ ਭਿੱਜ ਕੇ, ਪਿਆਰ ਦੀ ਕੋਈ ਭਾਸ਼ਾ ਨਹੀਂ ਹੈ। ਸਤਿਕਾਰਯੋਗ ਸਾਧ ਸੰਗਤ ਜੀ ਕਹਿਣ ਲੱਗਾ ਵੀ ਮੈਂ ਦਰਸ਼ਨ ਕਰਨੇ ਨੇ। ਮਾਮਾ ਕਿਰਪਾਲ ਚੰਦ ਜੀ ਕਹਿੰਦੇ ਦਰਸ਼ਨ ਕਰਾਏ ਨਹੀਂ ਜਾ ਸਕਦੇ। ਦਲੀਜਾਂ ਤੇ ਬੈਠ ਗਿਆ, ਦਲੀਜਾਂ ਤੇ, ਸਰਦਲ ਤੇ, ਦਰਵਾਜ਼ੇ ਤੇ, ਗੇਟ ਦੇ ਉੱਤੇ ਉੱਥੇ ਚੌਕੜਾ ਮਾਰ ਕੇ ਬੈਠ ਗਿਆ। ਮਾਮਾ ਜੀ ਨੇ ਕਿਹਾ ਵੀ ਤੁਸੀਂ ਆਏ ਹੋ ਫਕੀਰ ਜੀ, ਬੜੇ ਲੰਮੇ ਪੰਧ ਦੇ ਵਿੱਚੋਂ ਤੇ ਥੱਕੇ ਹੋ ਗਏ, ਤੁਹਾਡੇ ਰਹਿਣ ਦਾ ਕੋਈ ਪ੍ਰਬੰਧ, ਤੁਹਾਡੇ ਪ੍ਰਸ਼ਾਦੇ ਪਾਣੀ ਦਾ ਕੋਈ ਪ੍ਰਬੰਧ? ਤੇ ਸਤਿਕਾਰਯੋਗ ਸਾਧ ਸੰਗਤ ਜੀ, ਉਸ ਸਾਈਂ ਨੇ, ਮੁਸਲਮਾਨ ਫਕੀਰ ਨੇ ਜਿਹੜੀ ਗੱਲ ਕਹੀ ਨਾ, ਸਾਨੂੰ ਧਿਆਨ 'ਚ ਰੱਖਣੀ ਚਾਹੀਦੀ ਹੈ। ਉਹਨੇ ਆਖਿਆ ਪਿਆਰੇ ਦੀ ਸਰਦਲ ਦੇ ਨਾਲੋਂ ਵਧੀਆ ਰਹਿਣ ਦੀ ਜਗ੍ਹਾ ਹੋਰ ਕਿਹੜੀ ਹੋ ਸਕਦੀ ਹੈ? ਪਿਆਰੇ ਦੀ ਸਰਦਲ ਦੇ ਨਾਲੋਂ ਵਧੀਆ ਰਹਿਣ ਦੀ ਜਗ੍ਹਾ ਹੋਰ ਕਿਹੜੀ ਹੋ ਸਕਦੀ? ਉਹਨੇ ਆਖਿਆ ਖਾਣ ਪੀਣ ਦਾ ਕੁਝ ਪ੍ਰਬੰਧ ਕੀਤਾ ਜਾਏ, ਭੁੱਖੇ ਹੋ ਗਏ। ਕਹਿੰਦਾ ਜਿੰਨੇ ਚਿਰ ਪਿਆਰੇ ਦੇ ਦਰਸ਼ਨ ਨਾ ਹੋ ਗਏ ਉਹਨਾਂ ਚਿਰ ਮੈਂ ਪ੍ਰਸ਼ਾਦ ਪਾਣੀ ਨਹੀਂ ਛਕਾਂਗਾ। ਹੁਣ ਮੈਨੂੰ ਨਹੀਂ ਪਤਾ ਵੀ ਆਪਾਂ ਕੇਵਲ ਲੰਗਰ ਹੀ ਛਕਣ ਆਏ ਆ ਕਿ ਜਾਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਵੀ ਕਰਨ ਆਏ ਆ, ਉਹ ਸਾਡੀ ਆਪਣੀ ਮਰਜ਼ੀ ਹੈ। ਪਰ ਇੱਕ ਮੁਸਲਮਾਨ ਫਕੀਰ, ਕਈ ਵਾਰੀ ਅਸੀਂ ਮੰਦੇ ਬੋਲ ਵੀ ਬੋਲਦੇ ਆ ਇਸਲਾਮ ਨੂੰ। ਮੈਂ ਬੇਨਤੀ ਕੀਤੀ ਹੈ, ਪਿਆਰ ਦੀ ਕਹਾਣੀ ਹੋਰ ਹੈ, ਪਿਆਰ ਹੋਰ ਤਰੀਕੇ ਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਿਧਾਂਤ ਜਿਹੜਾ ਹੈ ਉਹ ਹੋਰ ਪਾਸੇ ਲੈ ਕਰਕੇ ਜਾਂਦਾ ਹੈ। ਕਈ ਵਾਰੀ ਅਸੀਂ ਉਸ ਸਿਧਾਂਤ ਤੋਂ ਥਿੜਕ ਕੇ ਗੱਲਾਂ ਕਰਦੇ ਹਾਂ ਜੋ ਕਿ ਮੇਰੇ ਗੁਰੂ ਨਾਨਕ ਦਾ ਧਰਮ ਇਹ ਜਾਤ ਨਹੀਂ ਸਿਖਾਉਂਦਾ। ਸਤਿਕਾਰਯੋਗ ਸਾਧ ਸੰਗਤ ਜੀ, ਚੌਕੜਾ ਮਾਰ ਕੇ ਬੈਠਾ। 3 ਦਿਨਾਂ ਬਾਅਦ ਪਿਆਰ ਵੇਖ ਕਰਕੇ, ਇੰਨੀ ਮੁਹੱਬਤ ਵੇਖ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਦੀਦਾਰ ਕਰਾਉਣ ਦਾ ਫੈਸਲਾ ਕਰ ਲਿਆ। ਮਾਤਾ ਨਾਨਕੀ ਜੀ ਦੇ ਨਾਲ ਸਲਾਹ ਕਰਕੇ ਮਾਮਾ ਕਿਰਪਾਲ ਚੰਦ ਜੀ ਨੇ। ਹੁਣ ਵੇਖੋ ਬੋਲੀ, ਆਪਾਂ ਇੱਥੇ ਆਏ ਆ, ਮੈਨੂੰ ਨਹੀਂ ਪਤਾ ਵੀ ਕਿਸੇ ਨੇ ਕੋਈ ਸਵਾਲ ਆਪਣੇ ਸਤਿਗੁਰੂ ਦੇ ਸਾਹਮਣੇ ਕੀਤਾ ਹੋਵੇ, ਕਿਸੇ ਨੇ ਕੋਈ ਆਪਣਾ ਸ਼ੰਕਾ ਰੱਖਿਆ ਹੋਵੇ। ਬਸ ਸਾਡੀਆਂ ਕੇਵਲ ਤੇ ਕੇਵਲ ਮੰਗਾਂ ਨੇ। ਅਸੀਂ ਕਦੇ ਵੀ ਕਿਸੇ ਪੱਖ ਤੋਂ ਆੜ ਕਰਕੇ ਕੋਈ ਸਵਾਲ, ਕੋਈ ਸ਼ੰਕਾ ਆਪਣੇ ਗੁਰੂ ਦੇ ਅੱਗੇ, ਆਪਣੇ ਆਉਣ ਵਾਲੇ ਅੱਗੇ ਜ਼ਿੰਦਗੀ ਨਾਮੇ ਵਾਸਤੇ, ਕੁਝ ਆਉਣ ਵਾਲੇ ਚੰਗੇ ਕਰਮਾਂ, ਚੰਗੇ ਗੁਣਾਂ ਵਾਸਤੇ ਗੁਰੂ ਦੇ ਕੋਲੋਂ ਕੁਝ ਸਿੱਖੀਏ, ਕੋਈ ਗੱਲ ਪੁੱਛੀਏ ਨਾ। ਅਸੀਂ ਕੇਵਲ ਤੇ ਕੇਵਲ ਲਿਸਟ ਲੈ ਕੇ ਆਉਂਦੇ ਹਾਂ, ਇਹਦੀ ਇੱਕ ਨਹੀਂ ਸੁਣਦੇ, ਸਿਰਫ ਆਪਣੀਆਂ ਸੁਣਾ ਕਰਕੇ ਚਲੇ ਜਾਂਦੇ ਹਾਂ। ਪਰ ਸਾਈਂ ਜਿਹੜਾ ਦਰਸ਼ਨ ਕਰਨ ਵਾਸਤੇ ਆਇਆ, ਉਹਨੇ ਕੇਵਲ ਤੇ ਕੇਵਲ ਆਪਣੇ ਅੰਦਰ ਇੱਕ ਸਵਾਲ ਰੱਖਿਆ, ਤੇ ਸਵਾਲ ਆਪਣੇ ਵਾਸਤੇ ਨਹੀਂ ਹੈ। ਸਵਾਲ ਆਪਣੇ ਵਾਸਤੇ ਨਹੀਂ ਹੈ ਵੀ ਮੇਰੇ ਪੁੱਤਰਾਂ ਦਾ ਕੁਝ ਬਣਾ ਦੇ, ਮੈਨੂੰ ਇਹ ਚੀਜ਼ਾਂ ਦੇ ਦੇ, ਐਸਾ ਕੁਝ ਨਹੀਂ। ਜੇ ਦਰਸ਼ਨਾਂ ਦਾ ਮੌਕਾ ਮਿਲਿਆ ਹੈ ਤੇ ਗੁਰਮੁਖੋ ਸਵਾਲ ਰੱਖਿਆ ਹੈ ਸਮਾਜ ਵਾਸਤੇ ਵੀ ਸਮਾਜ ਦੇ ਵਿੱਚ ਬਹੁਤ ਖਹਿ ਖੱਚ ਮੱਚੀ ਪਈ ਹੈ। ਕਾਜੀ ਤੇ ਮੁਲਾਣੇ ਆਪਸ ਦੇ ਵਿੱਚ ਲੜੀ ਜਾਂਦੇ ਨੇ, ਬ੍ਰਾਹਮਣ ਆਪਸ ਦੇ ਵਿੱਚ ਲੜੀ ਜਾਂਦੇ ਨੇ, ਤੂੰ ਮੈਂ ਰੋਜ਼ ਹੁੰਦੀ ਹੈ। ਤੇ ਤੁਸੀਂ ਆਇਓ ਤੇ ਦੱਸੋ ਵੀ ਕਿਹਦਾ ਪੱਖ ਕਰੋਗੇ। ਉਹ ਇਸ਼ਾਰੇ ਮਾਤਰ ਸਵਾਲ ਲੈ ਕਰਕੇ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਸਰੀਰਕ ਤੌਰ ਤੇ ਕੇਵਲ 2-2.5 ਮਹੀਨੇ ਦੇ ਨੇ। ਅੱਜ ਪਵਿੱਤਰ ਰਸਨਾ ਦੇ ਵਿੱਚੋਂ ਕੁਝ ਬੋਲ ਨਹੀਂ ਬੋਲਦੇ, ਪਰ ਕੇਵਲ ਤੇ ਕੇਵਲ ਇੱਕ ਪਿਆਰ ਦੀ ਭਾਸ਼ਾ ਜਿਹੜੀ ਮੈਂ ਬੇਨਤੀ ਕੀਤੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਿਆਰ ਦੀ ਭਾਸ਼ਾ ਦਾਤਾਰ ਪਿਤਾ ਦੇ ਸਾਹਮਣੇ ਉਹ 2 ਕੁੱਜੀਆਂ ਇਸ ਸਾਈਂ ਫਕੀਰ ਨੇ ਕੀਤੀਆਂ। ਸਤਿਕਾਰਯੋਗ ਸਾਧ ਸੰਗਤ ਜੀ, ਧਿਆਨ 'ਚ ਰੱਖਿਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਪੈਗੰਬਰ ਸਮਝ ਕੇ ਸਭ ਤੋਂ ਪਹਿਲਾ ਸਿਰ ਸਾਈਂ ਭੀਖਣ ਸ਼ਾਹ ਦਾ ਝੁਕਿਆ ਹੈ। ਸਭ ਤੋਂ ਪਹਿਲਾ ਸਜਦਾ
ਸਾਈਂ ਭੀਖਣ ਸ਼ਾਹ ਨੇ ਉਦਣ ਹੀ ਕਰ ਦਿੱਤਾ ਜਿੱਦਣ ਆਪ ਦਾ ਪ੍ਰਕਾਸ਼ ਹੋਇਆ। ਮੁਸਲਮਾਨ ਵੀਰ ਹੈ। ਅਸੀਂ ਕਈ ਵਾਰੀ ਕਹਿੰਦੇ ਆ ਵੀ ਗੁਰਦੁਆਰਾ ਸਿਰਫ ਸਾਡਾ ਹੀ ਹੈ, ਦੂਸਰੇ ਕਿਸੇ ਨੂੰ ਨਹੀਂ ਵੜਨ ਦੇਣਾ। ਇਹ 'ਚ ਕੇਵਲ ਤੇ ਕੇਵਲ ਸਾਡਾ ਅਧਿਕਾਰ ਹੈ। ਇਹ ਪ੍ਰਸ਼ਾਦੇ ਪਾਣੀ ਤੇ ਐਵੇਂ ਲੰਗਰ ਲਾਈ ਜਾਂਦੇ, ਲੋਕਾਂ ਨੂੰ ਵੰਡੀ ਜਾਂਦੇ ਨੇ, ਇੱਦਾਂ ਕਰਦੇ ਨੋ। ਇੱਥੇ ਸਿਧਾਂਤ ਹੀ ਹੋਰ ਹੈ, ਇੱਥੋਂ ਦੀ ਭਾਸ਼ਾ ਹੀ ਹੋਰ ਹੈ, ਇੱਥੋਂ ਦੀ ਇਹ ਤਾਂ ਸਿਖਾਇਆ ਹੀ ਗੁਰੂ ਨਾਨਕ ਨੇ, ਹੋਰ ਕੁਝ ਹੈ। ਅਸੀਂ ਉੱਥੋਂ ਥਿੜਕਦੇ ਹਾਂ। ਸਭ ਤੋਂ ਪਹਿਲਾ ਸਿਜਦਾ ਗੁਰੂ ਗੋਬਿੰਦ ਸਿੰਘ ਨੂੰ ਧਿਆਨ ਰੱਖਿਓ, ਤੁਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ। ਸਭ ਤੋਂ ਪਹਿਲਾ ਸਿਰ ਇੱਕ ਮੁਸਲਮਾਨ ਫਕੀਰ ਦਾ ਗੁਰੂ ਗੋਬਿੰਦ ਸਿੰਘ ਨੂੰ ਚੁੱਕਿਆ ਹੈ। ਸਭ ਤੋਂ ਪਹਿਲਾ ਸਵਾਲ ਇੱਕ ਮੁਸਲਮਾਨ ਫਕੀਰ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਕੀਤਾ ਹੈ। ਤੇ ਸਭ ਤੋਂ ਪਹਿਲਾ ਉਪਦੇਸ਼ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਪਟਨੇ ਦੀ ਧਰਤੀ ਦੇ ਵਿੱਚ ਇੱਕ ਮੁਸਲਮਾਨ ਫਕੀਰ ਭੀਖਣ ਸ਼ਾਹ ਨੂੰ ਕਰ ਰਹੇ ਨੇ। ਸਵਾਲ ਕਰ ਦਿੱਤਾ, ਤੁਸੀਂ ਜਾਣਦੇ ਹੋ ਕਿ ਮਦਦ ਕਿਹਦੀ ਕਰੋਗੇ। ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਮਾਮਾ ਕਿਰਪਾਲ ਚੰਦ ਜੀ ਦੀ ਗੋਦੀ ਦੇ ਵਿੱਚ ਰੇਸ਼ਮੀ ਰੁਮਾਲਾਂ ਦੇ ਵਿੱਚ ਲਪੇਟੇ ਹੋਏ ਨੇ। ਦਾਤਾ ਜੀ ਨੇ ਨਿੱਕੀ ਜੀ ਗਰਦਨ ਹਲਾਈ ਤੇ ਨਿੱਕੀਆਂ ਨਿੱਕੀਆਂ ਬੋਲੀਆਂ ਚੋਂ ਮੁਸਕਰਾਏ, ਸਾਈਂ ਦੇ ਨਾਲ ਨਜ਼ਰ ਨਾਲ ਨਜ਼ਰ ਪਾ ਕੇ ਥੋੜਾ ਜਿਹਾ ਮੁਸਕਰਾ ਕਰਕੇ ਕੋਮਲ ਆਪਣੇ ਹੱਥ ਉਹਨਾਂ ਰੇਸ਼ਮੀ ਰੁਮਾਲਾਂ ਚੋਂ ਕੱਢ ਕੇ ਤੇ ਕਹਿੰਦੇ ਇਸ਼ਾਰੇ ਮਾਤਰ ਦੋਹਾਂ ਕੁੱਜੀਆਂ ਤੇ ਰੱਖ ਦਿੱਤੇ। ਅਸ਼ ਅਸ਼ ਕਰ ਉੱਠਿਆ ਉਹ ਸਾਈਂ ਭੀਖਣ ਸ਼ਾਹ। ਜਿਹੜੇ ਨਾਲ ਉਹਦੇ ਚੇਲੇ ਆਏ ਸਨ ਨਾ, ਉਹ ਕਹਿੰਦੇ ਸਾਈਂ ਜੀ ਸਾਨੂੰ ਚੰਗਾ ਬੇਵਕੂਫ ਬਣਾਇਆ ਤੁਸੀਂ। ਕਹਿੰਦੇ ਸੋ ਪੈਗੰਬਰ ਦੇ ਦਰਸ਼ਨ ਕਰਨ ਚੱਲੇ ਆ, ਬਹੁਤ ਸਵਾਰੇ ਸਵਾਲ ਤੁਸੀਂ ਕਹਿੰਦੇ ਅਸੀਂ ਕਰਨੇ ਆ, ਕੇਵਲ ਇੱਕ ਬੱਚੇ ਦੇ ਤੁਸੀਂ ਦਰਸ਼ਨ ਕੀਤੇ ਆ, ਸਵਾਲ ਕੋਈ ਕੀਤਾ ਨਹੀਂ। ਜਵਾਬ ਕੀ ਮਿਲਿਆ? ਉਹ ਕਹਿੰਦੇ ਜੋ ਮੈਂ ਸਵਾਲ ਕੀਤਾ ਸੀ ਮੈਨੂੰ ਜਵਾਬ ਮਿਲ ਗਿਆ। ਪਿਆਰ ਦੀ ਭਾਸ਼ਾ। ਜਦੋਂ ਇਹਦੇ ਨਾਲ ਸਾਡਾ ਪਿਆਰ ਬਣ ਜਾਏ ਨਾ, ਜਦੋਂ ਇਹਦੇ ਨਾਲ ਸਾਡੀ ਮੁਹੱਬਤ ਬਣ ਜਾਏ, ਫਿਰ ਇਹਦੀ ਗੱਲ ਸਾਡੇ ਸਮਝ ਵਿੱਚ ਆਉਣ ਲੱਗ ਪੈਂਦੀ ਹੈ ਤੇ ਸਾਡੀ ਗੱਲ ਇਹ ਸਮਝਣ ਲੱਗ ਪੈਂਦਾ। ਤੇ ਜਦੋਂ ਨਾ ਗੱਲ ਬਣੇ ਉਦੋਂ ਅਸੀਂ ਕਹਿੰਦੇ ਜੀ ਸਾਡੀ ਸਮਝ 'ਚ ਨਹੀਂ ਆਉਂਦਾ, ਪਾਠ ਕਿਵੇਂ ਬਹਿ ਕੇ ਸੁਣੀਏ, ਨਹੀਂ ਸਮਝ ਆਉਂਦੀ। ਪਰ ਪਿਆਰ ਦੀ ਬੋਲੀ ਕਦੇ ਤੁਸੀਂ ਵੇਖਿਆ? ਛੋਟਾ ਜਿਹਾ ਬੱਚਾ ਹੁੰਦਾ 1.5-2 ਸਾਲ ਦਾ, ਤੋਤਲੀ ਜੀ ਜ਼ੁਬਾਨ 'ਚੋਂ ਬੋਲਦਾ ਹੈ, ਤੋਤਲੀ ਜੀ ਜ਼ੁਬਾਨ। ਆਮ ਬੰਦਾ ਉਹਦੀ ਗੱਲ ਨਹੀਂ ਸਮਝ ਸਕਦਾ, ਮਾਂ ਤੇ ਬਾਪ ਉਹਦੀ ਗੱਲ ਨੂੰ ਸਮਝ ਲੈਂਦੇ ਨੇ। ਇਹ ਸਾਡਾ ਬਾਪ ਹੈ, ਤੁਸੀਂ ਜਿਹੜੀ ਜ਼ੁਬਾਨ 'ਚ ਮਰਜ਼ੀ ਬੋਲੋ ਇਹ ਸਮਝ ਲਵੇਗਾ, ਸਮਝ ਲੈਂਦਾ। ਬਸ ਗੱਲ ਇਹ ਹੈ ਵੀ ਇਹਦੇ ਨਾਲ ਸਾਡਾ ਪਿਆਰ ਬਣ ਜਾਏ। ਇੱਥੇ ਆ ਕਰਕੇ ਜਿਹੜੀ ਗੱਲ ਅਸੀਂ ਲੈ ਕੇ ਆਉਨੇ ਹਿਰਦੇ ਦੇ ਵਿੱਚ, ਉਹ ਕਰੀਏ ਵੀ ਦਾਤਾ ਕਿਰਪਾ ਕਰ ਜ਼ਿੰਦਗੀ ਜਿਉਣ ਦੀ ਜਾਚ ਸਿਖਾ। ਇਸੇ ਤਰੀਕੇ ਦੇ ਨਾਲ ਪੰਡਤ ਸ਼ਿਵਦੱਤ ਉਹਨੇ ਪਿਆਰ ਕੀਤਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਗਲ ਨਾਲ ਲਾਇਆ। ਸਤਿਕਾਰਯੋਗ ਰਾਣੀ ਵਿਸ਼ੰਬਰਾ ਔਰ ਰਾਜਾ ਫਤਿਹ ਚੰਦ ਮੈਣੀ ਪਿਆਰ ਕੀਤਾ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ। ਇਹਦੇ ਨਾਲੋਂ ਵੱਡੀ ਹੋਰ ਦਾਤ ਕਿਸੇ ਨੂੰ ਕੀ ਚਾਹੀਦੀ ਹੈ? ਕਲਗੀਆਂ ਵਾਲਾ ਸਤਿਗੁਰੂ ਜਿਸ ਮਾਂ ਦੀ ਗੋਦੀ ਦੇ ਵਿੱਚ ਬੈਠ ਕਰਕੇ ਗੱਲ ਕਹੇ ਕਿ ਮਾਂ ਮੈਂ ਤੇਰਾ ਪੋਤਾ ਤੇ ਤੂੰ ਮੇਰੀ ਮਾਂ ਹੈ, ਉਸ ਮਾਂ ਨੇ ਦੁਨੀਆ 'ਚੋਂ ਹੋਰ ਕੀ ਲੈਣਾ ਹੈ? ਸਤਿਕਾਰਯੋਗ ਸਾਧ ਸੰਗਤ ਜੀ, ਪਿਆਰ ਦੀਆਂ ਬਾਤਾਂ ਨੇ, ਜਿੰਨਾ ਚਿਰ ਕਰੀਏ ਥੋੜੀਆਂ ਨੇ। ਸਮਾਂ ਹੋ ਰਿਹਾ ਹੈ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵਿਰਲਾ ਪਾਵੇ ਕੋਈ, ਉਹਦੀ ਪ੍ਰਾਪਤੀ ਕਿਸੇ ਵਿਰਲੇ ਤੇ ਹੁੰਦੀ ਹੈ, ਕਿਸੇ ਵਿਰਲੇ ਤੇ ਕਿਰਪਾ ਹੁੰਦੀ ਹੈ। ਹੁੰਦੀ ਉਹਦੇ ਤੇ ਹੈ ਜਿਹੜਾ ਉਹਦੇ ਨਾਲ ਪਿਆਰ ਕਰਦਾ, ਉਹਨੂੰ ਉਹਦੀ ਪ੍ਰਾਪਤੀ ਹੁੰਦੀ ਹੈ। ਇਹ ਬਹੁਤੇ ਵਿਧੀ ਵਿਧਾਨ, ਬਹੁਤੇ ਧਰਮ ਕਰਮਾਂ ਦੇ ਨਾਲ ਨਹੀਂ, ਇਹ ਕੇਵਲ ਤੇ ਕੇਵਲ ਪਿਆਰ ਦੀ ਬੋਲੀ ਜਾਣਦਾ ਹੈ ਤੇ ਪਿਆਰ ਦੀ ਬੋਲੀ ਦੇ ਨਾਲ ਇਹ ਚੁੱਕ ਕੇ ਸਾਨੂੰ ਗਲ ਦੇ ਨਾਲ ਲਾ ਲੈਂਦਾ ਹੈ। ਅੱਗੇ ਗੁਰਦੇਵ ਪਾਤਸ਼ਾਹ ਕਿਰਪਾ ਕਰਦੇ ਨੇ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਹੇ ਮੇਰੇ ਮਨਾ ਜਪ, ਉਹਦਾ ਜਾਪ ਕਰ। ਹੇ ਮੇਰੇ ਮਨ, ਬੜੇ ਲੰਬੇ ਸਮੇਂ ਤੋਂ ਇਹ ਜਿਹੜੀ ਤੇਰੇ ਮਲ ਲੱਗੀ ਹੈ ਨਾ, ਜਿਹੜਾ ਤੂੰ ਮੈਲਾ ਹੋਇਆ ਪਿਆ, ਇਹ ਮੈਲ ਨੂੰ ਲਾਉਣ ਵਾਸਤੇ ਉਹਦਾ ਜਪ ਕਰ। ਕਿਹਦਾ ਕਰਨਾ ਕਿਹਦਾ ਹੈ? ਹੁਣ ਜਪ ਤੇ ਇੱਥੇ ਵੀ ਅਸੀਂ ਤਿੜਕਦੇ ਹਾਂ। ਜਪ ਕਰਨਾ ਕਿਹਦਾ ਹੈ? ਕੰਨਾ ਮੰਨਾ ਕੁਰ ਵਾਲਿਆਂ ਦਾ ਨਹੀਂ। ਜਪ ਕਰਨਾ ਕਿਹਦਾ? ਗੁਰੂ ਕੇ ਸਿੱਖ ਨੇ, ਗੁਰ ਗੋਪਾਲ ਪ੍ਰਭ ਸੋਈ। ਉਹ ਗੋਪਾਲ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੀ ਧਰਤੀ ਦੀ ਪ੍ਰਤਪਾਲਨਾ ਕਰਦਾ ਹੈ, ਤੇ ਗੁਰ ਆਪਣੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਜਾਪ ਔਰ ਗੁਰੂ ਕੇ ਮੰਤਰ ਦਾ ਜਾਪ, ਵਾਹਿਗੁਰੂ ਮੰਤਰ ਦੇ ਮੂਲ ਮੰਤਰ ਦਾ ਜਾਪ। ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ। ਹੇ ਮੇਰੇ ਮਨਾ, ਪ੍ਰਾਪਤੀ ਕੀ ਹੋਵੇਗੀ ਸਿਮਰਨ ਦੇ ਵਿੱਚੋਂ? ਜਾ ਕੀ ਸਰਣ ਪਿਆ ਸੁਖ ਪਾਈਐ। ਜਦੋਂ ਇਹਦੀ ਸ਼ਰਨ ਦੇ ਵਿੱਚ ਆ ਜਾਈਏ ਨਾ, ਫਿਰ ਸੁਖ ਹੀ ਸੁਖ। ਆਪਾਂ ਦੁਨੀਆ ਦੇ ਵਿੱਚੋਂ ਸੁਖ ਲੱਭਦੇ ਫਿਰਦੇ ਹਾਂ। ਸਾਨੂੰ ਇਉਂ ਲੱਗਦਾ ਹੈ
मैं इस गल तो मुनकर नहीं हाँ भी सानू किरत नहीं करनी चाहिए, पर सानू इउं लगता है भी जिन्ना ज़्यादा असीं बैलेंस इकट्ठा कर लवांगे ना उन्ना ही सुख मिलेगा। करी चलीए, करी दौड़ लगी है, कोई ऐ नूं भज्जा जांदा है, कोई ऐ नूं भज्जा जांदा है, की सुख लवांगे कदों लवांगे? जदों 2000-2500 का डब्बा लैके उहदे च फिट करता उदों लवांगे। उहदे तो पहलों तो सुख का कोई मतलब बनता नहीं, ना असीं लेना ही है। सुख कदों होवेगा? सतगुरु पातशाह महाराज जी कहते सुख उदों मिलना है जदों उस परमेश्वर की शरण दे विच आ जाएगा, इहदे कोल आ जाएगा, जदों तेरे हिरदे दे विच अंदर शांति, अंदर परमेश्वर का नाम, क्योंकि अंदर सुख होएगा तो बाहर सुख महसूस होएगा। घर सुख वसिया बाहर सुख पाया। जिन्हां दे हिरदे च सुख सी ना उन्हां नूं भावें देगां च उबालिया गया, पुछया किद्दां है, कहंदे आनंद है। जिन्हां दे हिरदे दे विच सुख आ गया, चरखड़ी ते चाड़ के जकरिया पुछदा तारू सिंघा किद्दां है, कहंदा आनंद है। ਇਹ ਸੁੱਖ ਦੀ ਬਾਤ ਹੈ। ਅਸੀਂ ਕੇਵਲ ਸਰੀਰਕ ਸੁੱਖ ਲੱਭਦੇ ਫਿਰਦੇ ਹਾਂ ਸੰਸਾਰ ਦੇ ਵਿੱਚ। ਪਰਮੇਸ਼ਰ ਦੀ ਆਪਣੇ ਗੁਰੂ ਦੀ ਸ਼ਰਨ ਦੇ ਵਿੱਚ ਆ ਕਰਕੇ ਸੱਚੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤੇ ਜਿਹੜਾ ਦੁਨੀਆ ਦਾ ਸੁੱਖ ਹੈ ਨਾ ਉਹ ਦੁੱਖ ਦੇ ਵਿੱਚ ਤਬਦੀਲ ਹੁੰਦਿਆਂ ਚਿਰ ਨਹੀਂ ਲੱਗਦਾ। ਇੱਕ ਸੈਕਿੰਡ ਦੇ ਵਿੱਚ ਸੁੱਖ ਜਿਹੜਾ ਦੁੱਖ 'ਚ ਤਬਦੀਲ ਹੋ ਜਾਂਦਾ ਹੈ। ਪਰ ਜਿਹੜਾ ਇਹਦੀ ਸ਼ਰਨ ਦੇ ਵਿੱਚ ਆ ਕਰਕੇ ਸੁੱਖ ਮਿਲਦਾ ਹੈ, ਸਤਿਗੁਰੂ ਕਹਿੰਦੇ ਬਾਹੁੜ ਦੁੱਖ ਨਾ ਹੋਈ। फिर दुख नहीं होगा जदों ये सुख दे देवेगा। जदों इन्हें कृपा कर दी, एदी शरण दे विचों सुख की प्राप्ति हुई है, ये खजाने चों, फिर दुख नहीं होगा। सतगुरु पातशाह विश्राम दे के कृपा करते ने। वड भागी साध संग प्राप्त। जिथे तुसी बैठे हो, मैं अक्सर ये बेनती करता है भी ये कोई आम एवें नहीं गल बन गई, ये बड़े वड्डे भागां दी निशानी है। गुरु की संगत दी प्राप्त हो गई है। तो इहदी प्राप्ति दे विचों मिलेगा कि वड भागी साध संग प्राप्त, तिन भेटत दुरमत खोई। गुरु की संगत प्राप्ति इहदे विचों अपनी जिहड़ी खोटी मत है उहदा नाश हो जाता है, ते चंगी मत जिहड़ी है उहनूं गुरु का सिख धारण कर लैंदा है। तिन की धूर नानक दास बांछै। किन्हां दी? कहंदे मैं उन्हां दे चरनां दी धूड़ मंगदा हां। धन गुरु अर्जन साहब कह रहे ने, मैं उन्हां दे चरनां दी धूड़ मंगदा हां। किन्हां दे? जिन हर नाम हृदय परोई। जिन्हां ने परमेश्वर दे नाम नूं अपने हिरदे दे विच परो लिया है, जिन्हां दे हिरदे दे विच जिन्हां दी पवित्र रसना तो केवल ते केवल परमेश्वर दा नाम वाहिगुरु 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 चलदा है हर वक्त। किड्डा वड्डा मान सतगुरु दे रहे ने। कहंदे मैं उन्हां गुरु के सिखां, रब दे प्यारिआं, उन्हां भगत जनां दे चरनां दी धूड़ी नूं लोचदा हां। गुरु कृपा करे। गुरु गोबिंद सिंह पातशाह महाराज जी दा पावन पवित्र आपां प्रकाश दिहाड़ा मना रहे हैं। इको अरदास करके जाइए कि सतगुरु पातशाह महाराज जी कृपा करो, रहमत करो, रहमत दे घर दे विच आओ ते अपना नाम ते गुरसिੱਖੀ जीवन बख्शिश करो। गुरु कृपा करे। साहिबे कमाल गुरु गोबिंद सिंह पातशाह महाराज जी दे पावन पवित्र प्रकाश दिहाड़े दी आप समुची संगत नूं कोटान कोट मुबारकबाद जी। सतगुरु पातशाह सारिਆਂ ਦੀ हाजरी दर प्रवान करे। गुरु ग्रंथ साहिब जी ਦਾ, आप सिख संगतां दा, ਸਮੁੱਚੇ ਪ੍ਰਬੰਧਕ ਜਨਾਂ ਦਾ, ਗੁਰੂ ਕੇ ਵਜ਼ੀਰ ਗ੍ਰੰਥੀ ਸਾਹਿਬਾਨ ਬਾਬਾ ਜੀ, ਸਕੱਤਰ ਸਾਹਿਬਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।